वाहिगुरू जी का खालसा वाहिगुरू जी की फतेह। संगत जी, जिस तरह आप जी को पता है कि बीते समय श्रोमणी गुरुद्वारा प्रबंधक कमेटी ने सचखंड श्री हरमंदर साहिब श्री ਅੰਮ੍ਰਿਤਸਰ ਤੋਂ ਜਿਹੜਾ ਗੁਰਬਾਣੀ ਪ੍ਰਸਾਰਣ ਲਈ ਆਪਣਾ ਵੈਬ ਚੈਨਲ ਜਿਹੜਾ ਹੈਗਾ ਉਹ ਸ਼ੁਰੂ ਕੀਤਾ। ਉਸ ਵੈਬ ਚੈਨਲ ਦਾ ਨਾਂ SGPC श्री ਅੰਮ੍ਰਿਤਸਰ ਰੱਖਿਆ ਗਿਆ ਹੈ। ਤੇ ਬੀਤੇ ਸਮੇਂ ਸਾਡੇ ਧਿਆਨ 'ਚ ਆਇਆ ਕਿ ਕੁਝ ਜਿਹੜੇ ਸਾਡੇ ਸਾਬਕਾ ਫੌਜੀ ਜੋ ਕਿ ਸਾਡੇ ਸਤਿਕਾਰਯੋਗ ਹੈਗੇ ਆ, ਜਿਨ੍ਹਾਂ ਨੇ ਦੇਸ਼ ਕੌਮ ਦੀ ਸੇਵਾ ਕੀਤੀ, ਅਸੀਂ ਉਸ ਚੀਜ਼ ਦਾ ਸਤਿਕਾਰ ਕਰਦੇ ਹਾਂ। ਉਹਨਾਂ ਵੱਲੋਂ ਇੱਕ ਬੇਲੋੜਾ ਜਿਹੜਾ ਵਿਵਾਦ ਉਹ ਖੜਾ ਕੀਤਾ ਗਿਆ ਕਿ ਜਿਹੜਾ SGPC ਦਾ ਲੋਗੋ ਜਿਹੜਾ ਹੈਗਾ, ਜਿਹੜਾ ਅਸੀਂ ਚੈਨਲ ਲਈ ਵਰਤ ਰਹੇ ਹਾਂ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਲੋਗੋ ਹੈਗਾ, ਉਹ ਲੋਗੋ ਕਿ RSS ਜਾਂ ਭਾਜਪਾ ਤੋਂ ਜਿਹੜਾ ਉਹਨਾਂ ਸਿੱਖ ਸੰਸਥਾ ਨੇ ਲੈ ਕੇ ਉਹਨਾਂ ਦਾ ਲੋਗੋ ਲਾਤਾ। ਅਤੇ ਅੱਜ ਅਸੀਂ ਇਸ ਵਿਸ਼ੇ 'ਤੇ ਜਿਹੜਾ ਵਿਚਾਰ ਚਰਚਾ ਕਰਾਂਗੇ ਅਤੇ ਅਸੀਂ ਲੋਗੋ ਦੇ ਬਾਰੇ ਜੋ ਸਮੁੱਚੇ ਤੱਥ ਹੈਗੇ ਆ ਅਤੇ ਇਹ ਕਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੋਗੋ ਅਡੋਪਟ ਕੀਤਾ ਅਤੇ ਕਿਵੇਂ ਇਹਦੇ ਪਿੱਛੇ ਭਾਵਨਾ ਕੀ ਹੈਗੀ ਹੈ, ਉਸ ਵਿਸ਼ੇ 'ਤੇ ਗੱਲ ਕਰਾਂਗੇ। ਅਤੇ ਮੇਰੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰਾ ਜੋ ਕਿ ਪਬਲਿਕ ਰਿਲੇਸ਼ਨ ਆਫਿਸਰ ਵੀ ਹੈਗੇ ਆ, ਸਰਦਾਰ ਹਰਭਜਨ ਸਿੰਘ ਵਕਤਾ ਹੈਗੇ ਆ, ਅਤੇ ਉਹ ਸਾਨੂੰ ਇਸ ਵਿਸ਼ੇ 'ਤੇ ਸਾਰਾ ਸਮੁੱਚਾ ਸਾਡੇ ਨਾਲ ਗੱਲਬਾਤ ਕਰਕੇ ਅਤੇ ਸੰਗਤ ਦੇ ਰੂਬਰੂ ਦੱਸਾਂਗੇ ਅਸੀਂ ਕਿ ਕੀ ਇਸ ਵਿਸ਼ੇ ਦੀ ਅਸਲੀ ਤੱਥ ਕੀ ਹੈਗੇ ਇਸ ਦੇ ਪਿੱਛੇ। ਭਾਈ ਸਾਹਿਬ ਜੀ, ਜਿਵੇਂ ਤੁਸੀਂ ਦੇਖਿਆ ਕਿ ਬੀਤੇ ਸਮੇਂ ਆ ਕੁਝ ਸਾਬਕਾ ਫੌਜੀ ਜਿਨ੍ਹਾਂ ਨੇ SGPC ਦੇ ਲੋਗੋ ਨੂੰ ਲੈ ਕੇ ਇੱਕ ਵਿਵਾਦ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਪਿੱਛੇ ਤੱਥ ਕੀ ਨੇ? ਅਤੇ ਸਾਨੂੰ ਲੱਗਦਾ ਕਿ ਇਹ ਬਿਲਕੁਲ ਤੱਥਹੀਨ ਉਹਨਾਂ ਨੇ ਇੱਦਾਂ ਦੇ ਇਲਜ਼ਾਮ ਜਿਹੜੇ ਸਿੱਖ ਸੰਸਥਾ 'ਤੇ ਲਾਏ ਨੇ। ਅਤੇ ਤੁਹਾਡੇ ਉਹਦੇ ਬਾਰੇ ਕੀ ਤੁਹਾਡੀ ਖੋਜ ਪੜਤਾਲ ਕੀ ਹੈਗੀ ਹੈ, ਜਾਂ ਇਹਦਾ ਫੈਕਚੁਅਲ ਪੋਜੀਸ਼ਨ ਕੀ ਹੈਗੀ ਹੈ ਜੀ? ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਸਕਰਨ ਸਿੰਘ ਜਿਹੜਾ 2 ਦਿਨ ਪਹਿਲਾਂ ਹੀ ਮੇਰੇ ਖਿਆਲ ਨਾਲ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਇੱਕ ਮੰਗ ਪੱਤਰ ਸੌਂਪਿਆ ਅਤੇ ਨਾਲ ਉਹਨਾਂ ਨੇ ਆਪਣੇ ਕੋਈ ਸੈਟੇਲਾਈਟ ਚੈਨਲ ਬਾਰੇ ਕੋਈ ਗੱਲ ਕੀਤੀ ਹੈ। ਅਤੇ ਉਸ ਤੋਂ ਬਾਅਦ ਜਦੋਂ ਮੀਡੀਆ ਨੂੰ ਸੰਬੋਧਿਤ ਹੁੰਦੇ ਨੇ ਸਾਡੇ ਸਤਿਕਾਰਯੋਗ ਵੀਰ ਜਿਹੜੇ ਸਾਬਕਾ ਫੌਜੀ ਨੇ, ਅਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਵਾਲ ਚੱਕਿਆ ਕਿ ਜਿਹੜਾ ਸ਼੍ਰੋਮਣੀ ਕਮੇਟੀ ਆ, ਜਦੋਂ ਇਹ ਆਪਣਾ ਵੈੱਬ ਚੈਨਲ ਚਲਾਉਂਦੀ ਹੈ ਜਿਹਦੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਕੀਤਾ ਜਾਂਦਾ, ਅਤੇ ਉਹਦੇ ਉੱਪਰ ਜਿਹੜਾ ਲੋਗੋ ਲਗਾਉਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਜਿਹੜਾ RSS ਤੋਂ ਜਾਂ ਭਾਰਤੀ ਜਨਤਾ ਪਾਰਟੀ ਤੋਂ ਲਿਆ ਜਾਂਦਾ। ਖਾਸ ਕਰਕੇ ਉਹ ਕਮਲ ਦੇ ਫੁੱਲ 'ਤੇ ਸਵਾਲ ਕਰਦੇ ਨੇ। ਮੈਂ ਇੱਕ ਗੱਲ ਕਹਾਂ ਕਿ ਇਹ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਤੁਸੀਂ ਥੋੜ੍ਹਾ ਦੇਖੋ ਸੋਸ਼ਲ ਮੀਡੀਆ 'ਤੇ ਬਹੁਤ ਵੱਡੇ ਪੱਧਰ 'ਤੇ ਇਸ ਗੱਲ ਦੀ ਚਰਚਾ ਕੀਤੀ ਗਈ ਸੀ। ਬਹੁਤੀ ਵਾਰ ਹੋ ਕੀ ਰਿਹਾ ਕਿ ਅਸੀਂ ਲੋਕ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਤੱਥ ਪੜਚੋਲ ਨਹੀਂ ਕਰਦੇ। ਅਸੀਂ ਕਿਸੇ ਚੀਜ਼ ਦੀ ਤਹਿ ਤੱਕ ਨਹੀਂ ਜਾਂਦੇ ਕਿ ਇਹ ਗੱਲਾਂ ਜਿਹੜੀਆਂ ਅਸੀਂ ਕਰ ਰਹੇ ਹਾਂ ਉਹਦਾ ਮੂਲ ਕੀ ਆ, ਉਹਦਾ ਆਧਾਰ ਕੀ ਆ। ਅਸੀਂ ਆਪਣੀਆਂ ਚੀਜ਼ਾਂ ਬਿਨਾਂ ਮਤਲਬ, ਬਿਨਾਂ ਵਜ੍ਹਾ, ਬਿਨਾਂ ਕਿਸੇ ਕਾਰਨ ਦੇ, ਬਿਨਾਂ ਕਿਸੇ ਲੌਜਿਕ ਤੱਥ ਦੇ ਅਸੀਂ ਲੋਕਾਂ ਨੂੰ ਦੇਈ ਜਾਂਦੇ ਹਾਂ। ਅਸੀਂ ਹੁਣ ਇਹ ਇਸ਼ੂ ਉਹਨਾਂ ਨੇ ਕੀ ਬਣਾਇਆ, ਇਹਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜਾ ਕਮਲ ਦਾ ਫੁੱਲ ਹੈ ਜੀ, ਇਹ ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਹੈ। ਅਤੇ ਭਾਰਤੀ ਜਨਤਾ ਪਾਰਟੀ ਦੀ ਜਿਵੇਂ ਸਥਾਪਨਾ ਦਾ ਮੈਨੂੰ ਲੱਗਦਾ ਮੈਂ ਉਸੇ ਗੱਲ 'ਤੇ ਆਉਣ ਲੱਗਾ ਸੀ ਕਿ ਹੁਣ ਵੇਖੋ, ਮੈਂ ਪਹਿਲੀ ਗੱਲ ਮੈਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਥਾਪਨਾ ਵਾ ਜਾਂ ਜਿਹੜੀ RSS ਦੀ ਉਹਨਾਂ ਨੇ ਗੱਲ ਕੀਤੀ ਆ ਕਿ ਇਹ ਉਹਨਾਂ ਦੀ ਪ੍ਰੇਰਨਾ ਨਾਲ ਜਾਂ ਉੱਥੋਂ ਇਹ ਸ਼੍ਰੋਮਣੀ ਕਮੇਟੀ ਕੋਲ ਆਉਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੰਨੀ ਕੁ ਮੈਂ ਖੋਜ ਕੀਤੀ ਆ, ਜਿੰਨਾ ਕੁ ਅਸੀਂ ਦੇਖਿਆ ਵਾ, ਇਹ ਲਗਭਗ 1950 ਤੋਂ ਚੱਲਦਾ ਆ ਰਿਹਾ ਇਹ ਲੋਗੋ ਆ। ਤੇ ਮੈਂ ਸਿੱਧੇ ਜਿਹੇ ਲਫ਼ਜ਼ਾਂ 'ਚ ਕਹਾਂ ਕਿ ਜਿਹੜਾ ਕਮਲ ਦਾ ਫੁੱਲ ਹੈ, ਇਹ ਜਿਹੜਾ ਉਹਨਾਂ ਅਡੋਪਟ ਕੀਤਾ ਭਾਜਪਾ ਨੇ, ਭਾਰਤੀ ਜਨਤਾ ਪਾਰਟੀ ਨੇ, ਇਹ 80 ਦੇ ਕਰੀਬ 1980 ਦੇ ਕਰੀਬ ਹੁੰਦਾ ਹੈ। ਤੁਸੀਂ ਬਾਕੀ ਸਾਰੀ ਡਿਟੇਲ ਦੱਸ ਸਕਦੇ ਹੋ ਕਿ ਉਸ ਤੋਂ ਪਹਿਲਾਂ ਕੀ ਸੀ ਜਾਂ ਉਸ ਤੋਂ ਪਹਿਲਾਂ ਕੀ ਸੀ। ਪਰ ਮੈਂ ਇੰਨੀ ਗੱਲ ਕਹੂੰਗਾ ਕਿ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੈਂ ਜਿੰਨਾ ਕੁ ਬੜਾ ਸਤਹੀ ਪੱਧਰ 'ਤੇ ਮੈਂ ਇਹ ਅਜੇ ਇਹਨੂੰ ਖੋਜਿਆ ਵਾ, ਕੋਈ ਬੜਾ ਡੀਪ ਨਹੀਂ ਮੈਂ ਹਜੇ ਖੋਜਿਆ। ਅਤੇ ਇਹਦੇ ਵਿੱਚ ਮੈਂ ਕੁਝ ਜਿਹੜੇ ਸਾਡੇ ਕੋਲ ਡਾਕੂਮੈਂਟ ਮਿਲੇ ਜਿਹੜੇ ਮੈਨੂੰ, ਉਹਦੇ ਵਿੱਚ ਬਹੁਤ ਸਾਰੇ ਥਾਵਾਂ 'ਤੇ ਇਹ 1950 ਦੇ ਲਾਗੇ ਬੰਨੇ ਇਹ ਸ਼ੁਰੂ ਹੁੰਦਾ ਸਾਨੂੰ ਮਤਲਬ ਮਿਲ ਰਿਹਾ। ਮੈਂ 1-2 ਚੀਜ਼ਾਂ ਦਿਖਾਵਾਂਗਾ। ਸ਼੍ਰੋਮਣੀ ਕਮੇਟੀ ਨੇ ਪ੍ਰਕਾਸ਼ਨਾਵਾਂ, ਬਹੁਤ ਸਾਰੀਆਂ ਸਸਤੀਆਂ ਪ੍ਰਕਾਸ਼ਨਾਵਾਂ ਦਿੱਤੀਆਂ ਜਿਹੜੀਆਂ ਆਮ ਲੋਕਾਂ ਦੀ ਪਹੁੰਚ ਤੱਕ ਸਨ। ਅਤੇ ਸ਼੍ਰੋਮਣੀ ਕਮੇਟੀ ਆਪਣੇ ਜਿਹੜੇ ਟਾਈਟਲ ਬਣਾਉਂਦੀ ਆ, ਕੋਈ ਵੀ ਜਿਹੜੀ ਪ੍ਰਕਾਸ਼ਨਾ ਹੁੰਦੀ ਆ, ਉਹਦੇ ਟਾਈਟਲ ਬੜੇ ਸਾਦਾ ਬਣਾਏ ਜਾਂਦੇ ਆ, ਬੜੇ ਗੁਰਮਤ ਦੇ ਅਨੁਕੂਲ ਬਣਾਏ ਜਾਂਦੇ ਆ। ਅਤੇ ਬਹੁਤੀ ਵਾਰ ਸ਼ੁਰੂ ਦੇ ਵਿੱਚ ਜਦੋਂ ਹੁਣ ਤਾਂ ਮਲਟੀ ਕਲਰ ਪ੍ਰਿੰਟਿੰਗ ਆ ਗਈ ਆ, ਹੁਣ ਤਾਂ ਕਈ ਰੰਗ ਉਹਦੇ ਵਿੱਚ ਮਤਲਬ ਕਰ ਲਏ ਜਾਂਦੇ ਆ। ਉਹ ਉਸ ਸਮੇਂ ਜਦੋਂ ਸ਼੍ਰੋਮਣੀ ਕਮੇਟੀ 50ਵੇਂ ਦੇ ਕਰੀਬ 1950 ਦੇ ਕਰੀਬ ਜਦੋਂ ਇਹ ਛਪਦੀ ਆ ਕੋਈ ਵੀ ਚੀਜ਼, ਤੇ ਉਦੋਂ ਬੜੀ ਸਾਦੀ ਬਲੈਕ ਐਂਡ ਵਾਈਟ ਉਹ ਛਾਪੀ ਜਾਂਦੀ ਹੈ ਕੋਈ ਵੀ ਚੀਜ਼। ਤੁਸੀਂ ਪੁਰਾਣੇ ਐਡੀਸ਼ਨ ਕੱਢ ਕੇ ਦੇਖ ਲਓ, ਪੁਰਾਣੇ ਐਡੀਸ਼ਨ ਹੋਰ ਟਾਈਟਲ 'ਤੇ ਨੇ, ਅਤੇ ਅੱਜ ਦੇ ਜਿਹੜੇ ਐਡੀਸ਼ਨ ਉਹਨਾਂ ਦੇ ਅਗਲੇ ਐਡੀਸ਼ਨ ਜਿਹੜੇ ਆ, ਉਹਦੇ ਅਗਲੇ ਵਰਜ਼ਨ ਜਿਹੜੇ ਉਹ ਹੋਰ ਤਰ੍ਹਾਂ ਦੇ ਨੇ, ਉਹ ਸਾਰੇ ਮਲਟੀ ਕਲਰ ਨੇ। ਇਹ ਦੇਖੋ, ਮੈਂ ਇੱਕ ਚੀਜ਼ ਦਿਖਾਉਣ ਲੱਗਾ। 1950 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ 10 ਗ੍ਰੰਥੀ ਛਾਪੀ ਹੈ। ਇਹ 10 ਗ੍ਰੰਥੀ ਜਿਹੜੀ ਆ
ਇਹਦੇ ਵਿੱਚ 1950 ਦੇ ਵਿੱਚ ਦੇਖੋ, ਇਹਦੇ ਵਿੱਚ ਮੈਂ ਤਤਕਰਾ ਵੀ ਦਿਖਾਦਾ, 1950 ਦੇ ਵਿੱਚ ਛਾਪੀ ਜਾਣ ਵਾਲੀ ਇਹ ਪੋਥੀ ਜਿਹੜੀ ਆ, ਇਹਦੇ ਵਿੱਚ ਬੜਾ ਸਿੰਪਲ ਇਹੀ ਲੋਗੋ ਜਿਹੜਾ ਉਹ ਛਪਿਆ ਹੋਇਆ, ਜਿਹਦੇ ਵਿੱਚ ਹੂ ਬਹੂ ਉਸੇ ਤਰੀਕੇ ਨਾਲ ਥੱਲੇ ਕਮਲ ਦਾ ਫੁੱਲ ਹੈ, ਉਹਦੇ ਵਿੱਚ ਇਹ ਇੱਕ ਸਰਕਲ ਵਾਇਆ ਤੇ ਉਹਦੇ ਵਿੱਚ ਇੱਕ ਓੰਕਾਰ ਲਿਖਿਆ ਹੋਇਆ ਜੀ। ਇੱਕ ਓੰਕਾਰ ਦੇ ਉੱਪਰ ਜਿਹੜਾ ਅੱਜ ਵੀ ਹੂ ਬਹੂ ਉਹੀ ਜਿਹੜਾ ਮਲਟੀ ਕਲਰ ਤੁਸੀਂ ਦੇਖਦੇ ਹੋ, ਉਹਦੇ ਵਿੱਚ ਗੁਰਬਾਣੀ ਇਸ ਜਗ ਮੈਂ ਚਾਨਣ ਤੇ ਉੱਪਰ ਸੂਰਜ ਦੀਆਂ ਕਿਰਨਾਂ। ਇਹ ਆਪਾਂ ਮੈਂ ਇਹਦਾ ਵੀ ਥੋੜਾ ਜਿਹਾ ਬਾਅਦ ਵਿੱਚ ਦੱਸਣਾ ਚਾਹੂੰਗਾ। ਚਲੋ ਆਪਾਂ ਪਹਿਲਾਂ ਇਸ ਗੱਲ ਦੇ ਉੱਤੇ ਆ ਜਾਈਏ। ਹੁਣ ਅਸੀਂ ਕਿਸ ਆਧਾਰ ਤੇ ਕਹਿ ਰਹੇ ਹਾਂ? ਵੇਖੋ, ਇਲਜ਼ਾਮ ਕਿਸੇ ਤੱਥ ਦੇ ਆਧਾਰ ਤੇ ਲਾਓ। ਜੇ ਅਸੀਂ ਕਿਸੇ ਨੂੰ ਕੋਈ ਕਹਿ ਰਹੇ ਆ ਕਿ ਇਹ ਗੱਲ ਇਹਨਾਂ ਨੇ ਕੀਤੀ ਆ ਤੇ ਉਹਦੇ ਕੋਈ ਤੱਥ ਪੜਚੋਲ ਲਓ, ਉਹਦੇ ਕੋਈ ਮਤਲਬ ਤੁਸੀਂ ਸਮਝ ਲਓ। ਵਕਤਾ ਜੀ ਦੱਸ ਰਹੇ ਹੋ ਕਿ 1950 ਚ ਛਾਪਿਆ, ਉਸ ਤੋਂ ਪਹਿਲਾਂ ਵੀ ਆ, ਉਸ ਤੋਂ ਬਾਅਦ ਕਦੋਂ ਦੇਖੋ, ਮੈਂ ਜਿੰਨੇ ਕਿ ਜਲਦੀ ਦੇ ਵਿੱਚ ਤੁਸੀਂ ਅੱਜ ਕਿਹਾ ਸੀ ਕਿ ਕੁਝ, ਕਿਉਂਕਿ ਸੰਗਤ ਦੇ ਤੁਹਾਨੂੰ ਫੋਨ ਬੜੇ ਆਏ, ਸਾਨੂੰ ਵੀ ਬਹੁਤ ਸਾਰੀਆਂ ਇਹੋ ਜਿਹੇ ਮਤਲਬ ਲੋਕੀ ਸਵਾਲ ਪੁੱਛਦੇ ਨੇ। ਮੈਂ ਜਿੰਨੇ ਕਿ ਅੱਜ ਕੁਝ ਟਾਈਟਲ ਲੈ ਕੇ ਆਇਆ, ਮੈਨੂੰ 1950 ਤੋਂ ਇਹ ਛਪਦੇ ਨਜ਼ਰ ਆ ਰਹੇ ਆ। ਉਹਦੇ ਤੋਂ ਬਾਅਦ ਦੀ ਮੈਂ ਤੁਹਾਨੂੰ ਚੀਜ਼ ਦਿਖਾ ਦਿੰਦਾ। ਕੁਝ ਥਾਵਾਂ ਤੇ ਹੈਗਾ ਅਕਾਲ ਉਸਤਤ ਛਾਪੀ ਹੈ ਇਹ ਪੋਥੀ, 1954 ਦੇ ਵਿੱਚ ਇਹ ਅਕਾਲ ਉਸਤਤ ਛਾਪੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹਦੇ ਤੇ ਵੀ ਲੋਗੋ ਜਿਸ ਤਰ੍ਹਾਂ ਹਾਂ, ਇਹਦੇ ਤੇ ਦੇਖ ਸਕਦੇ ਹੋ। ਇਹਦੇ ਤੇ ਉਹੀ ਕਿ ਜਿਹੜਾ ਬਲੈਕ ਐਂਡ ਵਾਈਟ ਮਤਲਬ ਪਹਿਲੇ ਛਾਪੇ ਹੁੰਦੇ ਸੀ, ਉਸੇ ਤਰੀਕੇ ਨਾਲ ਛਾਪਿਆ ਗਿਆ। ਇਹਦੇ ਵਿੱਚ ਇਹਦੀ ਜਿਹੜੀ ਇਹ ਸੰਸਕਰਣ, ਇਹ ਦੇਖੋ ਜਨਵਰੀ 1954 1954। ਇਸ ਕਰਕੇ ਇਹ ਸਾਰੇ ਸਾਡੇ ਕੋਲ ਉਹ ਡਾਕੂਮੈਂਟ ਨੇ ਜਿਹੜੇ ਮਤਲਬ ਸਾਨੂੰ ਇਹ ਦੱਸਦੇ ਨੇ, ਸਿੱਧ ਕਰਦੇ ਨੇ ਕਿ ਇਹ 1950 ਤੋਂ ਚੱਲਦਾ ਆ ਰਿਹਾ। ਮੈਂ ਇਹ ਬਾਕੀ ਵੀ ਥੋੜੇ ਜਿਹਾ ਦੱਸ ਦੇਣਾ ਕਿ ਇਹ ਵੀ ਨਾ ਮਤਲਬ ਲੱਗੇ ਕਿ ਇੱਕ ਥਾਂ ਤੇ ਜਾਂ ਦੋ ਥਾਵਾਂ ਤੇ ਆ। ਇਹ ਦੇਖੋ ਗੁਰ ਸ਼ਬਦ ਸੰਗ੍ਰਹਿ, ਗੁਰ ਸ਼ਬਦ ਸੰਗ੍ਰਹਿ ਦੇ ਵਿੱਚ 1956 ਦੇ ਵਿੱਚ ਇਹ ਜਿਹੜਾ ਅੱਜ ਜਿਵੇਂ ਜੂਵੀ ਕਰਦੇ ਆ, ਅਸੀਂ ਅੱਜ ਦੇ ਟਾਈਟਲ ਨੂੰ ਜੂਵੀ ਕਰਦੇ ਆ, ਉਦੋਂ ਇਹਦੇ ਵਿੱਚ ਖੋਦ ਕੇ ਮਤਲਬ ਇਹ ਜਿਹੜਾ ਵਾ ਦਿੱਤਾ ਹੋਇਆ ਵਾ, ਮਤਲਬ ਇਹ ਸਟੈਂਪਿੰਗ ਤਾਂ ਹੈ ਨਾ, ਮਤਲਬ ਉਹ ਉਸ ਤਰਜ਼ ਤੇ। ਇਹਦਾ ਦੇਖੋ ਐਡੀਸ਼ਨ ਵੀ ਵਿੱਚ ਲਿਖਿਆ ਹੋਇਆ ਵਾ ਸਾਰਾ ਕੁਝ, ਜਿਹੜੀ 5000 ਦੀ ਗਿਣਤੀ 'ਚ ਸ਼ਬਦ ਆ। ਠੀਕ ਹੈ ਜੀ। ਇਹ ਵਾਲੀ ਪੋਥੀ ਜਿਹੜੀ ਆ। ਫਿਰ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 1956 ਦੇ ਵਿੱਚ ਸ਼ਬਦ ਆ। ਠੀਕ ਹੈ ਜੀ। ਅੱਛਾ, ਇਹ ਕੁਝ ਹੋਰ ਹੈਗੀਆਂ ਨੇ। ਗੁਰਮਤਿ ਪ੍ਰਕਾਸ਼ ਸਾਡਾ ਜਿਹੜਾ ਮੈਗਜ਼ੀਨ ਆ, ਇਹ ਗੁਰਮਤਿ ਪ੍ਰਕਾਸ਼ ਮੈਗਜ਼ੀਨ ਮੇਰੇ ਖਿਆਲ ਨਾਲ 1957 ਦੇ ਵਿੱਚ ਸ਼ੁਰੂ ਹੁੰਦਾ ਤੇ 57 ਦੇ ਵਿੱਚ ਸ਼ੁਰੂ ਹੋ ਕੇ ਤੇ 1962 ਦੇ ਵਿੱਚ ਉਹਦੇ ਟਾਈਟਲ ਤੇ ਇਹ ਲੋਗੋ ਦਿੱਤਾ ਜਾਂਦਾ। ਕਦੀ ਉਦੋਂ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਫਿਰ ਉਸ ਤੋਂ ਬਾਅਦ ਸਾਡੇ ਗੁਰਦੁਆਰਾ ਗਜ਼ਟ ਦੇ ਵਿੱਚ ਇਹ ਉਹਦੇ ਟਾਈਟਲ ਨੇ, ਉਹਦੇ ਵਿੱਚ ਸ਼ਬਦ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਸਮੇਂ-ਸਮੇਂ ਤੇ ਇਹ ਸਾਰੀਆਂ ਛਪਦੀਆਂ ਰਹੀਆਂ ਨੇ। ਹੁਣ ਸਮੱਸਿਆ ਪਤਾ ਕੀ ਆ? ਅਸੀਂ ਬਿਨਾਂ ਕਿਸੇ ਪੜਚੋਲ ਤੋਂ ਹੀ ਅਸੀਂ ਇਸ਼ੂ ਬਣਾ ਦਿੰਦੇ ਹਾਂ। ਆਪਣੀਆਂ ਚੀਜ਼ਾਂ ਅਸੀਂ ਲੋਕਾਂ ਨੂੰ ਦੇਈ ਜਾ ਰਹੇ ਹਾਂ ਕਿ ਇਹ RSS ਦਾ ਵਾ, ਇਹ ਭਾਜਪਾ ਦੀ ਪ੍ਰੇਰਨਾ ਨਾਲ ਜਾਂ ਉਹਨਾਂ ਦੇ ਲੋਗੋ ਨੂੰ ਲੈ ਕੇ ਇਹ ਗੱਲ ਜਿਹੜੀ ਸ਼੍ਰੋਮਣੀ ਕਮੇਟੀ ਅੱਗੇ ਵਧਾ ਰਹੀ ਹੈ। ਇਹਦੇ ਪਿੱਛੇ ਜਦੋਂ ਸ਼੍ਰੋਮਣੀ ਕਮੇਟੀ ਨੇ ਇਹਨੂੰ ਅਡਾਪਟ ਕੀਤਾ, ਇਹਦੇ ਪਿੱਛੇ ਇੱਕ ਭਾਵਨਾ ਵੀ ਹੋਏਗੀ। ਬਿਲਕੁਲ ਬਿਲਕੁਲ। ਇਹਦੇ ਪਿੱਛੇ ਉਹ ਜੇ ਸੰਗਤ ਨਾਲ ਅਸੀਂ ਕੁਝ ਸਾਂਝੀ ਕਰ ਸਕੀਏ ਵੀ ਇਹਦੇ ਪਿੱਛੇ ਗੁਰਮਤ ਦਾ ਸਿਧਾਂਤ ਕੀ ਹੈਗਾ ਲੋਗੋ ਦੇ ਪਿੱਛੇ। ਜਸਕਰਨ ਜੀ, ਦੋ ਤਿੰਨ ਚੀਜ਼ਾਂ ਨੇ। ਦੇਖੋ, ਮੈਂ ਨਾ ਇੱਕ ਗੱਲ ਪਹਿਲਾਂ, ਇਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਅਸੀਂ ਬਿਨਾਂ ਵਜ੍ਹਾ RSS ਨੂੰ ਮਤਲਬ ਉਹ ਪ੍ਰਚਾਰ ਭਾਵੇਂ ਨਹੀਂ ਕਰ ਰਹੇ ਹੋਣ ਲੋਕ, ਤੇ ਅਸੀਂ ਉਹਨਾਂ ਦਾ ਪ੍ਰਚਾਰ ਬਿਨਾਂ ਮਤਲਬ ਕਰੀ ਜਾ ਰਹੇ ਹਾਂ। ਮੈਂ ਕਿਸੇ ਸੰਸਥਾ ਨੂੰ ਮਾੜੀ ਨਹੀਂ ਕਹਿੰਦਾ, ਮੈਂ ਕਿਸੇ ਸੰਸਥਾ ਦੇ ਹੱਕ 'ਚ ਨਹੀਂ ਬੋਲਾਂਗਾ, ਪਰ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ, ਤੁਸੀਂ RSS ਨੂੰ ਕਿਉਂ ਪ੍ਰਚਾਰੀ ਜਾ ਰਹੇ ਹੋ? ਖੁਦ ਮਤਲਬ ਕਿਉਂ ਪ੍ਰਚਾਰ ਰਹੇ ਹੋ? ਇਹ ਅਸੀਂ ਲੋਕਾਂ ਨੇ ਆਪਣਾ ਸੁਭਾਅ ਬਣਾ ਲਿਆ ਕਿ ਅਸੀਂ ਇਹ ਕੋਈ ਨਾ ਕੋਈ ਇਦਾਂ ਦੀ ਕੰਟਰੋਵਰਸੀ ਪੈਦਾ ਕਰਨੀ ਆ, ਅਸੀਂ ਉਹਦੇ 'ਚ ਸੰਸਥਾ ਨੂੰ ਨੀਵਾਂ ਦਿਖਾਉਣਾ ਵਾ, ਉਹਦੇ 'ਚ ਭਾਵੇਂ ਸੰਸਥਾ ਦਾ ਮਲੀਆ ਮੇਟ ਅਸੀਂ ਕਰ ਦਈਏ। ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਨੂੰ ਭੁੱਲ ਕੇ, ਸ਼੍ਰੋਮਣੀ ਕਮੇਟੀ ਦੇ ਜਿਹੜੀ ਪ੍ਰਾਪਤੀਆਂ ਨੇ ਬੀਤੇ 'ਚ, ਕਿੱਡੀਆਂ ਵੱਡੀਆਂ ਪ੍ਰਾਪਤੀਆਂ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਅਸੀਂ ਇੱਕ ਇਹੋ ਜਿਹਾ ਏਜੰਡਾ ਤੈਅ ਕਰ ਦਈਏ ਕਿ ਲੋਕੀ ਆਪਣੇ ਆਪ ਹੀ ਮਤਲਬ ਜਿਹੜਾ ਵਾ ਉਹ ਦੁਬਿਧਾ 'ਚ ਪੈ ਜਾਣ ਤੇ ਕੌਮ ਦੇ ਵਿੱਚ ਇੱਕ ਨਵੀਂ ਕਿਸਮ ਦਾ ਵਿਵਾਦ ਬਣ ਜੇ। ਜਿਹੜੇ ਅਸਲ ਮੁੱਦੇ ਨੇ ਉਹਨਾਂ ਵੱਲ ਧਿਆਨ ਹੀ ਨਾ ਜਾਏ। ਇਹ ਇਸ ਤਰ੍ਹਾਂ ਸਾਡਾ ਹੋ ਰਿਹਾ। ਸੰਗਤ ਜੀ, ਇੱਕ ਚੀਜ਼ ਹੋਰ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹਾਂਗਾ ਕਿ ਜਿਵੇਂ ਇਹਨਾਂ ਨੇ ਵੀ ਦੱਸਿਆ ਸੀ, ਇਹਦੇ ਪਿੱਛੇ ਲੋਗੋ ਦੇ ਪਿੱਛੇ ਭਾਵਨਾ ਕਿ ਉਹ ਵੀ ਦੱਸਦੇ ਆ। ਇਹ ਜਿਵੇਂ ਤੁਸੀਂ ਕੁਝ ਮੈਂ ਲੋਗੋ ਤੁਹਾਨੂੰ ਦਿਖਾ ਰਿਹਾ, ਤੁਸੀਂ ਇਹ ਲੋਗੋ ਦੇਖ ਸਕਦੇ ਹੋ। ਇਹਦੇ 'ਚ ਕੀ ਹੈ ਕਿ ਜਿਹੜੀ RSS ਦੀ ਸਥਾਪਨਾ ਹੈਗੀ ਆ ਉਹ ਸਤੰਬਰ 1925 ਦੇ ਨੇੜੇ ਤੇੜੇ ਹੁੰਦੀ ਹੈ, ਬਟ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਉਸ ਤੋਂ ਵੀ ਪੁਰਾਣੀ ਸੰਸਥਾ ਹੈਗੀ ਹੈ। ਇਹ ਲਗਭਗ ਨਵੰਬਰ 1920 ਦੇ ਵਿੱਚ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਹੋਈ। ਇੱਕ ਗੱਲ ਸ਼ਾਮਲ ਕਰੂੰਗਾ, ਤੁਸੀਂ ਬੜਾ ਵਧੀਆ ਮਤਲਬ ਇੱਕ ਉੱਥੇ ਗੱਲ ਲੈ ਆਂਦੀ ਆ ਜਿਹੜੀ, ਚਲੋ ਤੁਸੀਂ ਇਹ ਦੱਸਣਾ ਵਾ ਜੇ। ਮੈਂ ਤੁਹਾਨੂੰ ਟੋਕਿਆ ਇਸ ਕਰਕੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ 1920 ਦੇ ਵਿੱਚ ਜੀ, RSS ਬਣਦੀ ਹੈ ਤੁਸੀਂ ਕਹਿ ਰਹੇ ਹੋ ਕਿ 1925 ਦੇ ਵਿੱਚ। ਹੁਣ ਮੈਨੂੰ ਲੱਗਦਾ ਕਿ ਹੋ ਸਕਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਬੰਦਕ ਢਾਂਚੇ ਤੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਜਿਹੜੀ ਉਪਜੀ ਲਹਿਰ ਸੀ ਸ਼੍ਰੋਮਣੀ ਕਮੇਟੀ ਨੂੰ ਸਥਾਪਨਾ ਕਰਨ ਲਈ, ਉਹਦੇ ਤੋਂ, ਜਾਂ ਸ਼੍ਰੋਮਣੀ ਕਮੇਟੀ ਨੇ ਜਦੋਂ ਇੱਕ ਸੰਗਠਿਤ ਰੂਪ ਵਿੱਚ ਅੱਗੇ ਵਧਣਾ ਚਾਹਿਆ 1920 ਤੋਂ ਬਾਅਦ, ਤੇ ਇਹਦੇ ਤੋਂ ਹੋ ਸਕਦਾ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਪਣੀ ਜਥੇਬੰਦੀ ਕਾਇਮ ਕਰ ਲਈ ਹੋਏ, ਜਾਂ ਕੋਈ ਹੋਰ ਮਤਲਬ ਜਿਹੜਾ ਵਾ ਉਹ ਤੋਂ ਬਾਅਦ ਵਾਲਾ ਕੋਈ ਵੀ ਲਹਿਰ ਚੱਲਦੀ ਆ, ਉਹ ਤਾਂ ਪਿਛੇ ਪਹਿਲੀਆਂ ਲਹਿਰਾਂ ਤੋਂ ਪ੍ਰਭਾਵਿਤ ਹੋ ਕੇ ਵੀ ਇਹਨਾਂ ਨੇ ਤਾਂ ਆਪਣਾ ਕੰਮ ਜਥੇਬੰਦਕ ਢੰਗ ਨਾਲ ਸ਼ੁਰੂ ਕਰ ਲਿਆ।
ਜੀ। ਅਸੀਂ ਵੀ ਕੋਈ ਇਦਾਂ ਦਾ ਕੰਮ ਕਰੀਏ, ਹੋ ਸਕਦਾ ਇਦਾਂ ਵੀ ਹੋਏ, ਤੁਸੀਂ ਮੇਰੇ ਖਿਆਲ ਨਾਲ ਬਿਲਕੁਲ ਸਹੀ ਗੱਲ ਹੈ ਤੁਹਾਡੀ, ਇਹ ਵੀ ਹੋ ਸਕਦਾ। ਇਹ ਸੰਗਤ ਜੀ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਸਥਾਪਨਾ ਜਿਹੜੀ ਆਰਐਸਐਸ ਦੀ 1925 ਚ ਹੁੰਦੀ ਹੈ, ਉਸ ਤੋਂ ਬਾਅਦ ਜਦੋਂ ਉਹਨਾਂ ਦੇ ਪੋਲੀਟੀਕਲ ਵਿੰਗ ਜਿਹੜੇ ਉਸ ਆਈਡੀਓਲੋਜੀ ਦੇ ਸਟੈਬਲਿਸ਼ ਹੁੰਦੇ ਆ, 1951 ਚ ਜਨਸੰਘ ਸਥਾਪਿਤ ਹੁੰਦਾ ਹੈ, ਜਦੋਂ ਉਹਨਾਂ ਦਾ ਜਿਹੜਾ ਪਾਰਟੀ ਸਿੰਬਲ ਆ ਉਹ ਇੱਕ ਦੀਵਾ ਹੈਗਾ, ਜਿਹੜਾ ਅਰਦਨ ਲੈਂਪ ਕਹਿ ਲਈਏ ਜਾਂ ਇਸੇ ਤਰ੍ਹਾਂ 77 ਚ ਜਨਸੰਘ ਤੋਂ ਜਨਤਾ ਪਾਰਟੀ ਬਣ ਜਾਂਦੀ ਹੈ। ਫਿਰ ਇੱਕ ਕਿਸਾਨ ਦੇ ਮੋਢੇ ਤੇ ਹਾਲ ਤੇ ਉਹਨੂੰ ਸਰਕਲ ਲੱਗਿਆ। ਤੇ ਜਿਹੜੀ ਭਾਜਪਾ ਹੈਗੀ ਹੈ ਉਹ 1980 ਚ ਬਣਦੀ ਜਦੋਂ ਉਹਨਾਂ ਨੇ ਲੋਗੋ ਅਡਾਪਟ ਕੀਤਾ। ਬਟ ਜਿਹੜਾ ਸਾਡੀ ਸਿੱਖ ਸੰਸਥਾ ਦਾ ਲੋਗੋ ਹੈਗਾ ਉਹ ਇਸ ਤੋਂ ਕਿਤੇ ਘੱਟੋ ਘੱਟ 3 ਦਹਾਕੇ ਪਹਿਲਾਂ ਜਿਹੜਾ ਸਾਡੇ ਕੋਲ ਹੁਣ ਤੱਕ ਸਾਡੀ ਪਹਿਲੀ ਪੜਤਾਲ 'ਚ ਸਾਹਮਣੇ ਆਇਆ। ਤੇ ਇਹ ਸੰਗਤ ਨੂੰ ਅਸੀਂ ਬੇਨਤੀ ਕਰਨਾ ਚਾਹਾਂਗੇ ਕਿ ਇਹ ਜਿਹੜਾ ਕੁਝ ਇਸ ਤਰ੍ਹਾਂ ਦਾ ਗੁੰਮਰਾਹਕੁਨ ਪ੍ਰਚਾਰ ਜਿਹੜਾ ਸਿੱਖ ਸੰਸਥਾ ਦੇ ਵਿਰੋਧ 'ਚ ਹੁੰਦਾ ਉਹਦੇ ਤੇ ਬੇਲੋੜਾ ਅਸੀਂ ਮਤਲਬ ਨਾ ਧਿਆਨ ਦਈਏ। ਤੇ ਸਾਡੀ ਉਹਨਾਂ ਭਰਾਵਾਂ ਨੂੰ ਵੀ ਜਿਹੜੇ ਸਾਡੇ ਜਿਨ੍ਹਾਂ ਨੇ ਵਿਵਾਦ ਖੜਾ ਕੀਤਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਸਾਡੇ ਸਤਿਕਾਰਯੋਗ ਹੋ, ਵੀ ਇੱਦਾਂ ਦੇ ਕੋਈ ਵੀ ਜਦੋਂ ਤੁਸੀਂ ਸਿੱਖ ਸੰਸਥਾ ਨੂੰ ਟਾਰਗੇਟ ਕਰਨਾ ਘੱਟੋ ਘੱਟ ਆਪਣਾ ਜਿਹੜੀ ਹੋਮਵਰਕ ਹੈਗਾ ਉਹ ਪੂਰਾ ਪ੍ਰੋਪਰ ਕਰਕੇ ਆਓ। ਤੇ ਹੁਣ ਮੈਂ ਵਕਤਾ ਜੀ ਨੂੰ ਬੇਨਤੀ ਕਰਾਂਗਾ ਕਿ ਜਿਹੜੀ ਸਾਡੇ ਲੋਗੋ ਦੇ ਪਿੱਛੇ ਭਾਵਨਾ ਹੈਗੀ ਆ, ਤੁਸੀਂ ਉਹਦਾ ਗੁਰਮਤ ਸਿਧਾਂਤ ਕੀ ਹੈਗਾ ਤੇ ਸੰਗਤ ਨੂੰ ਅਸੀਂ ਉਹ ਵੀ ਥੋੜਾ ਜਿਹਾ ਚਾਨਣ ਇਸ ਸੰਬੰਧ 'ਚ ਪਾ ਦਈਏ। ਜਿਸ ਕਾਰਨ ਇਹਦੇ ਵਿੱਚ 2-3 ਚੀਜ਼ਾਂ ਨੇ। ਦੇਖੋ ਜਿਹੜਾ ਲੋਗੋ ਆ ਇਹ ਪਛਾਣ ਸਿੰਬਲ ਵਜੋਂ ਇੱਕ ਚਰਚਿਤ ਪਛਾਣ ਬਣ ਜਾਂਦੀ। ਹੁਣ ਅਸਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੈਬ ਚੈਨਲ ਸ਼ੁਰੂ ਕੀਤਾ, ਉਹਦੇ ਵਿੱਚ ਅਸੀਂ ਮੋਟਾ ਕਰਕੇ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਿਖਦੇ ਰਹੀਏ, ਉਹ ਮਤਲਬ ਇੱਕ ਅਲੱਗ ਕਿਸਮ ਦੀ ਜਿਹੜੀ ਆ ਭਾਵਨਾ ਜਿਹੜੀ ਆ ਉਹ ਪ੍ਰਗਟਾਏਗਾ। ਪਰ ਜਦੋਂ ਅਸੀਂ ਕਿਸੇ ਚੀਜ਼ ਨੂੰ ਇੱਕ ਸਿੰਬਲ ਵਜੋਂ ਦੇਵਾਂਗੇ ਕਿ ਮਤਲਬ ਇਹ ਸਿੰਬਲ ਆ ਇਸ ਚੀਜ਼ ਦਾ, ਉਹ ਆਇਡੈਂਟੀਟੀ ਬਣ ਜਾਂਦੀ, ਪਛਾਣ ਬਣ ਜਾਂਦੀ ਆ। ਉਹ ਪਛਾਣ ਫਿਰ ਲੋਕਾਂ ਦੇ ਇੱਥੇ ਜ਼ਿਹਨ ਦੇ ਵਿੱਚ, ਦਿਮਾਗ ਦੇ ਵਿੱਚ ਪੱਕੀ ਘਰ ਕਰ ਜਾਂਦੀ ਆ। ਇਹ ਲੋਗੋ ਦੀ ਭਾਵਨਾ ਵੀ ਇਦਾਂ ਦੀ ਹੁੰਦੀ ਹੈ ਕਿ ਥੋੜੀ ਚੀਜ਼ ਦੇ ਵਿੱਚ ਇੱਕ ਚਿੰਨ੍ਹ ਦੇ ਰੂਪ ਦੇ ਵਿੱਚ ਲੋਕਾਂ ਦੇ ਅੰਦਰ ਉੱਕਰ ਦਿੱਤੀ ਜਾਏ ਗੱਲ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਿਖਣ ਦੀ ਲੋੜ ਨਹੀਂ, ਜੇ ਇਹ ਲੋਗੋ ਹੀ ਮੋਹਰ ਉੱਥੇ ਲੱਗ ਗਈ ਤੇ ਆਪਣੇ ਆਪ ਦੇ ਵਿੱਚ ਹੀ ਅੰਡਰਸਟੂਡ ਆ ਕਿ ਇਹ ਚੀਜ਼ ਮਤਲਬ ਜਿਹੜੀ ਲੋਕਾਂ ਨੂੰ ਪਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਣਿਤ ਆ। ਇਹਦੇ ਵਿੱਚ ਦੇਖੋ ਜਦੋਂ ਇਹ ਬਣਾਇਆ ਗਿਆ, ਇਹਦੇ ਵਿੱਚ 3-4 ਚੀਜ਼ਾਂ ਮੈਂ ਜ਼ਰੂਰ ਕਹਾਂਗਾ। ਸਭ ਤੋਂ ਪਹਿਲਾਂ ਸਾਡਾ ਜਿਹੜਾ ਗੁਰਮਤ ਫਿਲਾਸਫੀ ਦਾ ਜਿਹੜਾ ਮੁੱਢ ਆ ਉਹ ਕੀ ਆ, ਇੱਕ ਓੰਕਾਰ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦਿੱਤਾ। ਮਤਲਬ ਬਹੁਤ ਸਤਿਕਾਰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਪਾਵਨ ਪਵਿੱਤਰ ਸਾਡੇ ਇਸ਼ਟ ਨੇ, ਉਹਦੀ ਸ਼ੁਰੂਆਤ ਵੀ ਇੱਕ ਓੰਕਾਰ ਤੋਂ ਹੁੰਦੀ ਹੈ। ਤੇ ਗੁਰਮਤ ਫਿਲਾਸਫੀ ਦਾ ਸਾਰਾ ਹੀ ਮੂਲ ਜਿਹੜਾ ਮੁੱਢ ਜਿਹੜਾ ਵਾ ਉਹ ਅਸੀਂ ਇੱਕ ਓੰਕਾਰ ਨੂੰ ਮੰਨਦੇ। ਇਸ ਲੋਗੋ ਦੇ ਵਿੱਚ ਇੱਕ ਓੰਕਾਰ ਤੁਸੀਂ ਦੇਖੋ ਸੈਂਟਰ 'ਚ ਰੱਖਿਆ ਹੋਇਆ ਕਿ ਤੁਹਾਡੀ ਕੋਈ ਵੀ ਫਿਲਾਸਫੀ ਇੱਥੋਂ ਹੀ ਸ਼ੁਰੂ ਹੁੰਦੀ ਹੈ ਤੇ ਇੱਥੇ ਹੀ ਖਤਮ ਹੋਏਗੀ। ਦੂਜੀ ਗੱਲ ਇਹਦੇ ਆਲੇ ਦੁਆਲੇ ਤੁਹਾਡਾ ਸਾਰਾ ਕੁਝ ਜਿਹੜਾ ਉਹ ਚੱਲੇਗਾ। ਜਿਹੜਾ ਇਹਦੇ 'ਚ ਜਿਵੇਂ ਵਿਵਾਦ ਕਰਦੇ ਕਿ ਕਮਲ ਦਾ ਫੁੱਲ ਅਸੀਂ ਉੱਥੋਂ ਲੈ ਲਿਆ ਤੇ ਇਹਦਾ ਤੁਸੀਂ ਗੁਰਮਤ ਸਿਧਾਂਤ ਮੈਂ ਉਹ ਵੀ ਗੱਲ ਕਹਾਂ। ਪਹਿਲਾਂ ਮੈਂ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਹੋਰ ਦੱਸ ਦਿਆਂ। ਇਹਦੇ ਵਿੱਚ ਗੁਰਬਾਣੀ ਇਸ ਜੱਗ ਮੈਂ ਚਾਨਣ ਮਤਲਬ ਇੱਕ ਸਰਕਲ ਦੇ ਰੂਪ 'ਚ ਉਦੋਂ ਤਾਂ ਇਹ 1950 ਵਾਲਾ 62 ਵਾਲਾ 1950 ਵਾਲਾ ਵੀ ਸੇਮ ਹੀ ਆ। ਮੈਨੂੰ ਉਹ ਦਿਖਾ ਦਿਓ, ਮੈਂ ਉਹ ਦਿਖਾ ਦਿੰਦਾ। ਇਹ 1950 ਵਾਲੇ ਦੇ ਵਿੱਚ ਵੀ ਉਹ ਚੀਜ਼ ਆ, ਤੁਸੀਂ ਦਿਖਾ ਦਿਓ। ਇਹ ਗੁਰਬਾਣੀ ਇਸ ਜੱਗ ਮੈਂ ਚਾਨਣ, ਗੁਰਬਾਣੀ ਨੂੰ ਆਦਰਸ਼ ਮੰਨਿਆ ਇਸ ਸਿੰਬਲ ਦੇ ਵਿੱਚ, ਇਸ ਲੋਗੋ ਦੇ ਵਿੱਚ। ਗੁਰਬਾਣੀ ਦਾ ਚਾਨਣ ਹੀ ਮਨੁੱਖਤਾ ਦੀ ਸੋਚ ਨੂੰ ਰੁਸ਼ਨਾਏਗਾ ਤੇ ਉੱਪਰ ਸੂਰਜ ਵਾਂਗੂ ਕਿਰਨਾਂ ਦੇਤੀਆਂ। ਹੁਣ ਤੁਸੀਂ ਰੋਸ਼ਨੀ ਦਾ ਪ੍ਰਤੀਕ ਹੈ। ਤੇ ਅਗਲੀ ਗੱਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਖੇਪ ਦੇ ਵਿੱਚ ਉਹਦਾ ਪਹਿਲਾ ਅੱਖਰ ਤੇ ਨਾਲ ਉਹਦੇ ਲਾ ਕੇ ਡਾਟ ਲਾ ਕੇ ਇਹ ਦਿੱਤਾ ਸ੍ਰੀ ਅੰਮ੍ਰਿਤਸਰ। ਸੋ ਇਹ ਸਾਰੀ ਪਛਾਣ ਵਜੋਂ ਬਣਾ ਦਿੱਤਾ ਗਿਆ। ਹੁਣ ਤੁਸੀਂ ਗੱਲ ਮੈਨੂੰ ਜਿਹੜੀ ਪੁੱਛੀ ਸੀ ਕਿ ਕਮਲ ਦੇ ਫੁੱਲ ਦਾ ਕੀ ਮਾਮਲਾ, ਦੇਖੋ ਕਮਲ ਦਾ ਫੁੱਲ ਗੁਰਬਾਣੀ ਵਿੱਚ ਬਹੁਤ ਵਾਰ ਕਮਲ ਦੇ ਫੁੱਲ ਬਾਰੇ ਵਿਚਾਰ ਆਏ ਨੇ। ਮੈਂ ਇੱਕ ਗੱਲ ਸਿਰਫ ਕਹੂੰਗਾ, ਸਿੱਧ ਗੋਸ਼ਟ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ। ਸਿੱਧ ਗੋਸ਼ਟ ਬਾਣੀ ਜਿਹੜੀ ਆ ਉਹਦੇ ਵਿੱਚ ਸਿੱਧਾਂ ਦੇ ਨਾਲ ਜਿਹੜੇ ਸਵਾਲ ਜਵਾਬ ਨੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬੜੇ ਬਖੂਬੀ ਉਹਨਾਂ ਦੇ ਉੱਤਰ ਦਿੱਤੇ ਆ ਤੇ ਦਾਰਸ਼ਨਿਕ ਕਿਸਮ ਦੇ ਨੇ। ਮਤਲਬ ਫਿਲਾਸਫੀ ਉਹਦੇ ਵਿੱਚ ਬੜੀ ਡੂੰਘੀ ਫਿਲਾਸਫੀ ਆ, ਐਗਜ਼ਾਮਪਲ ਸੈੱਟ ਕੀਤੀ ਆ। ਉਹਦੇ ਵਿੱਚ ਉਹ ਜਵਾਬ ਦਿੰਦੇ ਆ, ਕਹਿੰਦੇ ਨੇ ਕਿ ਮਤਲਬ ਗੁਰੂ ਸਾਹਿਬ ਦੱਸਦੇ ਨੇ ਕਿ ਜੈਸੇ ਜਲ ਮੇਂ ਕਮਲ ਨਿਰਾਲਮ, ਮਤਲਬ ਜਿਸ ਤਰੀਕੇ ਦੇ ਨਾਲ ਪਾਣੀ ਦੇ ਵਿੱਚ ਕਮਲ ਉੱਗਦਾ ਵਾ ਤੇ ਪਾਣੀ ਦੇ ਵਿੱਚ ਕਮਲ ਉੱਗਣ ਤੋਂ ਬਾਅਦ ਉਹਦੇ ਤੋਂ ਨਿਰਲੇਪ ਰਹਿੰਦਾ ਵਾ, ਉਹਦੇ ਤੋਂ ਬਾਹਰ ਵੱਖਰਾ ਰਹਿੰਦਾ ਵਾ। ਮਤਲਬ ਇਸੇ ਤਰੀਕੇ ਨਾਲ ਅਗਲੀ ਉਦਾਹਰਨ ਇੱਕ ਹੋਰ ਦਿੰਦੇ, ਮੁਰਗਾਈ ਨਿਸ਼ਾਨ ਹੈ ਵੀ ਜਿਵੇਂ ਇੱਕ ਮੁਰਗਾਈ ਜਿਹੜੀ ਉਹ ਪਾਣੀ ਦੇ ਵਿੱਚ ਜਾਂਦੀ ਆ, ਪਾਣੀ 'ਚ ਜਾ ਕੇ ਉਹ ਆਪਣੇ ਆਪ ਦੇ ਉਹਦੇ ਖੰਭ ਨਹੀਂ ਭੇਜਦੇ। ਤੁਸੀਂ ਦੇਖੋ ਜੇ ਡੁਬਕੀ ਲਾਉਂਦੀ ਵੀ ਆ ਤੇ ਉਹ ਬਾਹਰ ਆਉਂਦੀ ਆ ਤੇ ਉਦਾਂ ਦੇ ਉਦਾਂ ਰਹਿੰਦੇ ਆ, ਉੱਡ ਸਕਦੀ ਆ। ਸੋ ਇਹ ਗੁਰੂ ਸਾਹਿਬ ਨੇ ਸਾਨੂੰ ਇਹ ਇੱਕ ਮਾਰਗ ਦਿੱਤਾ ਕਿ ਮਨੁੱਖ ਨੇ ਇਸ ਸੰਸਾਰ 'ਚ ਆਉਣਾ ਤੇ ਖਚਿਤ ਨਹੀਂ ਹੋਣਾ। ਇਸ ਸੰਸਾਰ 'ਚ ਇਸ ਤਰੀਕੇ ਨਾਲ ਵਿਚਰਨਾ ਵਾ ਜਿਵੇਂ ਕਮਲ ਦਾ ਫੁੱਲ
ਮੁਰਗਾਈ ਜਿਵੇਂ ਪਾਣੀ 'ਚ ਨਸਲੇ ਰਹਿੰਦੇ ਨੇ, ਜਿਵੇਂ ਕਮਲ ਦਾ ਫੁੱਲ ਪਾਣੀ 'ਚ ਹੈ ਪਰ ਉਹਦੇ ਵਿੱਚ ਖਚਿਤ ਨਹੀਂ ਹੋ ਰਿਹਾ, ਉਹਦੇ ਵਿੱਚ ਫਸ ਨਹੀਂ ਰਿਹਾ, ਉਹਦੇ ਵਿੱਚ ਆਪਣੇ ਆਪ ਨੂੰ ਮਤਲਬ ਪੂਰੀ ਤਰ੍ਹਾਂ ਉਹਦੇ ਵਿੱਚ ਹੀ ਨਹੀਂ ਫਸਿਆ ਹੋਇਆ, ਉਹ ਤੋਂ ਨਿਰਲੇਪ ਵੀ ਆ। ਸੋ ਸੰਸਾਰ 'ਚ ਆਉਣਾ ਮਨੁੱਖ ਨੇ ਤੇ ਆਪਣੇ ਆਪ ਨੂੰ ਇਦਾਂ ਨਿਰਲੇਪ ਰੱਖਣਾ ਵਾ। ਇਹ ਚੀਜ਼ਾਂ ਸਾਨੂੰ ਮਤਲਬ ਗੁਰਬਾਣੀ ਸਾਨੂੰ ਪਹਿਲਾਂ ਤੋਂ ਦੱਸ ਰਹੀ ਹੈ ਤੇ ਕਿ ਇਹਨਾਂ ਸਿੰਬਲਸ ਜਿਹੜੇ ਲੋਗੋ ਦਾ ਲੋਗੋ ਦਾ ਇਹ ਹੋਇਆ ਕਿ ਇਹ ਇੱਕ ਤਰ੍ਹਾਂ ਨਾਲ ਗੁਰਮਤ ਦਾ ਮੈਸੇਜ ਹੈ ਵੀ ਕਿਵੇਂ ਦੇ ਰਹੇ ਵੀ ਕਿਵੇਂ ਅਸੀਂ ਨਿਰਲੇਪ ਰਹਿਣਾ ਸੰਸਾਰ 'ਚ ਆਉਂਦੇ ਆ, ਇੱਕ ਓੰਕਾਰ ਦੀ ਭਗਤੀ ਕਰਨਾ ਤੇ ਉਹਦਾ ਰਸਤਾ ਜਿਹੜਾ ਹੈਗਾ ਉਹ ਗੁਰਬਾਣੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਥੱਲੇ ਜਿਹੜਾ ਸਾਡੀ ਪਛਾਣ ਹੈ ਉਹ ਵੀ ਲਿਖਤਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਨੂੰ ਮਤਲਬ ਕਦੀ ਵੀ ਅੱਖੋਂ ਪਰੋਖੇ ਨਹੀਂ ਕਰਨੀਆਂ ਚਾਹੀਦੀਆਂ। ਅਸੀਂ ਜਦੋਂ ਵੀ ਕੋਈ ਗੱਲ ਕਰਦੇ ਹਾਂ ਪਹਿਲੀ ਗੱਲ ਤੇ ਇਹ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਆਪਣੀ ਸੰਸਥਾ ਵਾ। ਇਹਦੇ ਵਿੱਚ ਮੇਰੀ ਕਮਜ਼ੋਰੀ ਹੋ ਸਕਦੀ ਆ, ਜਸਕਰਨ ਦੀ ਕਮਜ਼ੋਰੀ ਹੋ ਸਕਦੀ ਆ, ਅੱਜ ਅਸੀਂ ਆ ਕੱਲ ਨੂੰ ਕੋਈ ਹੋਰ ਹੋ ਸਕਦਾ, ਸਾਡੇ ਤੋਂ ਪਹਿਲਾਂ ਕੋਈ ਹੋਰ ਸੀਗੇ। ਸੋ ਬੰਦੇ ਦੀ ਕਮਜ਼ੋਰੀ ਹੋ ਸਕਦੀ ਹੈ। ਸੰਸਥਾਵਾਂ ਦੀ ਸਥਾਪਨਾ ਦਾ ਉਦੇਸ਼ ਤੇ ਸੰਸਥਾਵਾਂ ਦੇ ਕਾਰਜ ਜਿਹੜੇ ਆ ਉਹ ਕਦੀ ਛੋਟੇ ਨਹੀਂ ਹੁੰਦੇ। ਸੰਸਥਾਵਾਂ ਦੇ ਕਾਰਜਾਂ ਨੂੰ ਮਤਲਬ ਜਿਹੜਾ ਵਾ ਸਪੋਰਟ ਕਰਨੀ ਚਾਹੀਦੀ ਆ। ਜੇ ਕਿਤੇ ਕਮੀ ਪੇਸ਼ੀ ਹੈ, ਕਮਜ਼ੋਰੀ ਆ ਤੇ ਉਹ ਸੰਸਥਾ ਦੇ ਅਧਿਕਾਰੀਆਂ ਨੂੰ ਜਾਂ ਮਾਨਯੋਗ ਪ੍ਰਧਾਨ ਸਾਹਿਬ ਸਾਡੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਮੌਜੂਦਾ ਪ੍ਰਧਾਨ ਨੇ, ਬੜੇ ਵਧੀਆ ਇਨਸਾਨ ਨੇ, ਉਹਨਾਂ ਨੂੰ ਆ ਕੇ ਤੁਸੀਂ ਨਿੱਜੀ ਤੌਰ ਤੇ ਮਿਲ ਕੇ ਦੱਸ ਦਿਓ ਕਿ ਇਹ ਕਮਜ਼ੋਰੀ ਹੈ। ਪਰ ਬਿਨਾਂ ਮਤਲਬ ਵਿਵਾਦ ਖੜਾ ਕਰ ਦੇਣਾ, ਯਾਰ ਇਹ ਕਿੱਧਰ ਦੀ ਸਿਆਣਪ ਆ, ਇਹ ਕਿੱਧਰ ਦੀਆਂ ਮਤਲਬ ਜਿਹੜੀਆਂ ਸਾਡੀਆਂ ਬੁੱਧੀਮਾਨਤਾ ਵਾ ਸਾਡੀ। ਦੇਖੋ ਲੋਕੀ ਕੱਲ ਨੂੰ ਕਹਿਣਗੇ ਕਿ ਇਹਨਾਂ ਨੇ ਮਤਲਬ ਪੜ੍ਹਿਆ ਹੀ ਕੁਝ ਨਹੀਂ, ਇਹ ਆਪੇ ਹੀ ਸਾਰਾ ਕੁਝ ਲੋਕਾਂ ਨੂੰ ਦੇਈ ਜਾਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਜ਼ਰੂਰ ਸੋਚਣੀਆਂ ਸਮਝਣੀਆਂ ਪੈਣਗੀਆਂ, ਮਤਲਬ ਕਿ ਮੈਂ ਸਮਝ ਗਿਆ ਹਾਂ ਅਸੀਂ ਵਿਵਾਦ ਨਾ ਖੜੇ ਕਰੀਏ। ਸੋ ਸੰਗਤ ਜੀ, ਇਹ ਜਿਸ ਤਰ੍ਹਾਂ ਅੱਜ ਤੁਹਾਨੂੰ ਅਸੀਂ ਸਾਰਾ ਲੋਗੋ ਦੇ ਪਿੱਛੇ ਦੱਸਿਆ ਕਿ ਕਿਸ ਤਰ੍ਹਾਂ ਇਹ ਕਿੰਨਾ ਪੁਰਾਣਾ ਸਾਡਾ ਲੋਗੋ ਹੈਗਾ, ਤੇ ਸਾਡੀ ਬੇਨਤੀ ਇਹ ਹੈ ਕਿ ਵੀ ਬਿਨਾਂ ਵਜ੍ਹਾ ਜਿਹੜੇ ਇਸ ਤਰ੍ਹਾਂ ਦੇ ਵਿਵਾਦ ਜਿਹੜੇ ਨਾ ਖੜੇ ਕੀਤੇ ਜਾਣ। ਤੇ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਨਫੋਰਮੇਸ਼ਨ ਜਿਹੜੀ ਅਸੀਂ ਅੱਜ ਦਿੱਤੀ ਹੈ ਤੁਸੀਂ ਉਹ ਤੋਂ ਸੰਤੁਸ਼ਟ ਹੋਏ ਹੋਵੋਗੇ, ਤੇ ਤੁਸੀਂ ਵੱਧ ਤੋਂ ਵੱਧ ਇਸ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਾਡੇ ਜਿਹੜੇ ਅਧਿਕਾਰਤ ਚੈਨਲ ਅਸੀਂ SGPC ਦੇ ਗੁਰਬਾਣੀ ਪ੍ਰਸਾਰਣ ਲਈ ਜਾਰੀ ਕੀਤੇ ਆ, ਤੁਸੀਂ ਉਹਨਾਂ ਨਾਲ ਵੀ ਜੁੜੋ ਤਾਂ ਕਿ ਤੁਸੀਂ ਜਿਹੜਾ ਗੁਰਬਾਣੀ ਦਾ ਜਿਹੜਾ ਪ੍ਰਸਾਰ ਹੈਗਾ, ਪ੍ਰਚਾਰ ਪ੍ਰਸਾਰ ਉਹ ਸਮੁੱਚੇ ਵਿਸ਼ਵ 'ਚ ਹੁੰਦਾ ਰਹੇ। ਤੇ ਸਾਨੂੰ ਅੱਜ ਦੇ ਲਈ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।